ਹੈਲੋ ਗੁੱਡ ਈਵਨਿੰਗ ਐਵਰੀਵਨ, ਕਿੱਦਾਂ ਹੋ ਸਾਰੇ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਧੰਨਵਾਦ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਇਸ ਇਨੀਸ਼ੀਏਟਿਵ ਨੂੰ ਇੰਨਾ ਵਧੀਆ ਰਿਸਪੌਂਸ ਦਿੱਤਾ। ਅਤੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਪਲੀਜ਼ ਤੁਸੀਂ ਜਿੰਨੇ ਵੀ ਤੁਹਾਡੇ ਫਰੈਂਡਸ ਨੇ ਜਿਹੜੇ ਵੀ ਤਿਆਰੀ ਕਰ ਰਹੇ ਨੇ, ਜਿੰਨੇ ਵੀ ਐਸਪੀਰੈਂਟਸ ਨੇ, ਤੁਸੀਂ ਪਲੀਜ਼ ਉਹਨਾਂ ਨਾਲ ਜਿਹੜੇ ਕਿ ਸਾਡਾ ਜਿਹੜਾ ਇਨੀਸ਼ੀਏਟਿਵ ਹੈ ਸ਼ੇਅਰ ਕਰੋ ਤਾਂ ਕਿ ਮੈਕਸੀਮਮ ਐਸਪੀਰੈਂਟ ਇਸ ਚੀਜ਼ ਦਾ ਫਾਇਦਾ ਲੈ ਸਕਣ। ਅਤੇ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਕੰਪਿਊਟਰ ਜਿਹੜਾ ਕਿ ਪਟਵਾਰੀ ਪਾਸ ਕਰਨ ਲਈ। ਪਟਵਾਰੀ ਕੀ ਪੰਜਾਬ ਦਾ ਕੋਈ ਵੀ ਪੇਪਰ ਲੈ ਲਓ, ਜਿੰਨੇ ਵੀ ਲਾਸਟ ਪੇਪਰ ਹੋਏ ਉਹਨੇ ਤੁਸੀਂ ਦੇਖ ਸਕਦੇ ਹੋ ਵੀ ਹਰ ਇੱਕ ਦੇ ਵਿੱਚ ਕੰਪਿਊਟਰ ਦੀ ਵੇਟੇਜ ਚੰਗੀ ਰਹਿੰਦੀ ਹੈ। ਅਤੇ ਪੇਪਰ ਪਾਸ ਕਰਨ ਲਈ ਤਾਂ ਆਪਾਂ ਨੂੰ ਕੰਪਿਊਟਰ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ। ਅਤੇ ਆਪਾਂ ਦੇਖੋ ਆਪਾਂ ਬਹੁਤ ਹੀ ਇੱਕ ਸਟਰਕਚਰ ਵੇ ਨਾਲ ਚੱਲਾਂਗੇ ਅਤੇ ਆਪਾਂ ਸਾਰੀ ਚੀਜ਼ਾਂ ਜਿਹੜੀਆਂ ਕਿ ਕਵਰ ਕਰਾਂਗੇ। ਅਤੇ ਵਿਦ MCQ ਆਪਾਂ ਚੀਜ਼ਾਂ ਜਿਹੜੀਆਂ ਕਵਰ ਕਰਾਂਗੇ। MCQ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਵੀ PDF ਪ੍ਰੋਵਾਈਡ ਕਰਾਂ, ਅਤੇ ਨਾਲ ਇਹ ਵੀ ਮੇਰੀ ਕੋਸ਼ਿਸ਼ ਰਹੇਗੀ ਵੀ ਆਪਾਂ ਵੀਡੀਓ ਲੈਕਚਰ ਦੇ ਵਿੱਚ ਵੀ ਜਿਹੜੇ MCQ ਸਾਰੇ ਉਹ ਡਿਸਕਸ ਕਰੀਏ। ਅਤੇ ਕੰਪਿਊਟਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਹੁਣ ਅੱਜ ਜੋ ਆਪਾਂ ਦੇਖਣਾ ਕੰਪਿਊਟਰ ਦੇ ਵਿੱਚ ਆਪਾਂ ਇਹਦੀ ਇੰਟਰੋਡਕਸ਼ਨ ਦੇਖਾਂਗੇ। ਇੰਟਰੋਡਕਸ਼ਨ ਦੇ ਵਿੱਚ ਆਪਾਂ ਕੰਪਿਊਟਰ ਦੀ ਹਿਸਟਰੀ, ਜਨਰੇਸ਼ਨਸ ਅਤੇ ਥੋੜ੍ਹੀ ਬਹੁਤੀ ਵਰਕਿੰਗ ਬਾਰੇ ਆਪਾਂ ਇਹਦੇ ਦੇਖਾਂਗੇ। ਉਸ ਤੋਂ ਬਾਅਦ ਕੰਪਿਊਟਰ ਔਰਗੇਨਾਈਜੇਸ਼ਨਸ, ਕੰਪਿਊਟਰ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਆਪਣੇ ਕੋਲ ਉਹ ਚੀਜ਼ਾਂ ਦੇਖਾਂਗੇ। ਡਿਵਾਈਸਿਸ, ਇਨਪੁਟ ਡਿਵਾਈਸਿਸ, ਆਊਟਪੁੱਟ ਡਿਵਾਈਸਿਸ, ਇਹ ਚੀਜ਼ਾਂ ਆਪਾਂ ਦੇਖਾਂਗੇ। ਦੈਨ ਆਪਾਂ ਸੋਫਟਵੇਅਰ ਬਾਰੇ ਪੜ੍ਹਾਂਗੇ। ਸੋਫਟਵੇਅਰ ਤੋਂ ਬਾਅਦ ਆਪਾਂ ਵਾਇਰਸ ਬਾਰੇ ਪੜ੍ਹਾਂਗੇ। ਦੈਨ ਆਪਾਂ ਇਹਦੇ 'ਚ ਮੈਮਰੀਜ਼ ਬਾਰੇ ਪੜ੍ਹਾਂਗੇ। ਪ੍ਰਾਇਮਰੀ ਮੈਮਰੀਜ਼, ਸੈਕੰਡਰੀ ਮੈਮਰੀਜ਼, ਠੀਕ ਹੈ ਜੀ। ਪ੍ਰਾਇਮਰੀ ਜਿੱਦਾਂ ਕਿ ਆਪਣਾ ਰੈਮ, ਸੈਕੰਡਰੀ ਜਿੱਦਾਂ ਕਿ ਆਪਣੀ ਰੋਮ, ਇਹ ਚੀਜ਼ਾਂ ਆਪਾਂ ਪੜ੍ਹਾਂਗੇ। ਦੈਨ ਆਪਾਂ ਕੰਪਿਊਟਰ ਨੈਟਵਰਕਿੰਗ ਬਾਰੇ ਪੜ੍ਹਾਂਗੇ, ਜਿਹੜੀਆਂ ਵੀ ਨੈਟਵਰਕਿੰਗ ਸਟਰਕਚਰ ਆਉਂਦੀਆਂ, ਟੋਪੋਲੋਜੀਸ ਆਉਂਦੀਆਂ, ਉਹ ਚੀਜ਼ਾਂ ਆਪਾਂ ਪੜ੍ਹਾਂਗੇ। ਫਿਰ ਆਪਾਂ ਆਵਾਂਗੇ MS ਆਫਿਸ ਵਾਲੇ ਪਾਰਟ ਦੇ ਵਿੱਚ। ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਪੇਪਰ ਆਉਣਾ ਇਹ ਚੀਜ਼ਾਂ ਤੋਂ ਆਉਂਦਾ ਹੈ। ਮੋਸਟਲੀ ਇਹਨਾਂ 3 ਚੀਜ਼ਾਂ ਤੋਂ ਕੁਐਸਚਨ ਪੁੱਛੇ ਜਾਂਦੇ, ਵਰਡ, ਐਕਸਲ, ਪਾਵਰ ਪੁਆਇੰਟ। ਅਤੇ ਆਪਾਂ ਇਹਦੇ 'ਚ MS ਐਕਸੈਸ ਜਿਹੜਾ ਕੀ ਹੈ ਡਾਟਾ ਬੇਸ ਮੈਨੇਜਮੈਂਟ ਸਿਸਟਮ ਦਾ ਪਾਰਟ ਹੈ, ਆਪਾਂ ਇਹ ਚੀਜ਼ ਵੀ ਕਵਰ ਕਰਾਂਗੇ। ਵਰਡ ਦੇ ਵਿੱਚ ਆਪਾਂ ਸਾਰਾ ਉਹਦੇ 'ਚ ਜੋ ਵੀ ਇਹਦੇ 'ਚ ਸ਼ੋਰਟਕਟਸ ਹੁੰਦੇ ਨੇ, ਜਿਹੜੀਆਂ ਵੀ ਚੀਜ਼ਾਂ ਮੈਕਸੀਮਮ ਆਪਾਂ ਵਰਡ ਦੇ ਵਿੱਚ ਸਾਰਾ ਕਵਰ ਕਰਾਂਗੇ। ਅਤੇ ਤਿੰਨੇ ਇੰਟਰਡਿਕਟਡ ਹੀ ਆ, ਮਤਲਬ ਕਿ ਆਪਾਂ ਅਗਰ ਇੱਕ ਚੀਜ਼ ਚੰਗੀ ਤਰ੍ਹਾਂ ਪੜ੍ਹ ਲਈ ਫਿਰ ਦੂਜੀਆਂ ਆਪਣੇ ਪੜ੍ਹਨੀਆਂ ਬਹੁਤ ਈਜ਼ੀ ਹੋ ਜਾਣਗੀਆਂ। ਆਪਾਂ ਜਦੋਂ ਕਰਾਂਗੇ ਉਦੋਂ ਆਪਾਂ ਦੇਖਾਂਗੇ। ਦੈਨ ਆਪਾਂ ਕਰਾਂਗੇ ਕੰਪਿਊਟਰ ਲੈਂਗੁਏਜਸ। ਅਤੇ ਇਸ ਤੋਂ ਬਾਅਦ ਜੋ ਵੀ ਚੀਜ਼ਾਂ ਕੋਈ ਥੋੜ੍ਹੀਆਂ ਬਹੁਤੀਆਂ ਪੈਂਡਿੰਗ ਰਹਿ ਜਾਣਗੀਆਂ, MCQs ਜਾਂ ਮਿਸਲੇਨੀਅਸ ਚੀਜ਼ਾਂ, ਆਪਾਂ 1-2 ਸੈਸ਼ਨ ਜਿਹੜੀ ਕੀ ਆ ਆਪਾਂ ਉਹਦੇ ਬਣਾ ਦਿਆਂਗੇ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ। ਅੱਜ ਆਪਾਂ ਇੰਟਰੋ ਤੋਂ ਸ਼ੁਰੂ ਕਰਨਾ, ਠੀਕ ਹੈ ਜੀ। ਇਹ ਚੀਜ਼ਾਂ ਅਗਰ ਤੁਸੀਂ ਨੋਟ ਕਰਨਾ ਚਾਹੁੰਦੇ ਹੋ ਤਾਂ ਨੋਟ ਕਰ ਲਓ। ਦੈਨ ਆਪਾਂ ਸ਼ੁਰੂ ਕਰਦੇ ਹਾਂ ਕੰਪਿਊਟਰ ਇੰਟਰੋ ਤੋਂ। ਠੀਕ ਹੈ ਜੀ, ਕੰਪਿਊਟਰ ਤੋਂ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਕਿ ਆਪਾਂ ਬਚਪਨ ਤੋਂ ਹੀ ਪੜ੍ਹਦੇ ਆਏ ਹਾਂ, ਕੰਪਿਊਟਰ ਦੀ ਇੱਕ ਬੇਸਿਕ ਜੀ ਡੈਫੀਨੇਸ਼ਨ ਹੈ। ਕੰਪਿਊਟਰ ਇਜ਼ ਐਨ ਐਡਵਾਂਸਡ ਇਲੈਕਟ੍ਰੋਨਿਕ ਮਸ਼ੀਨ ਦੈਟ ਟੇਕਸ ਰੋ ਡਾਟਾ ਐਜ਼ ਇਨਪੁਟ, ਪ੍ਰੋਸੈਸ ਦਾ ਡਾਟਾ, ਸਟੋਰਸ ਦਾ ਡਾਟਾ ਐਂਡ ਗਿਵਸ ਅਸ ਇਨਫੋਰਮੇਸ਼ਨ ਐਜ਼ ਆਊਟਪੁੱਟ। ਠੀਕ ਹੈ ਜੀ, ਜਿਸ ਤਰ੍ਹਾਂ ਇਨਪੁਟ ਆਈ, ਮੰਨ ਲਓ ਆਪਾਂ ਕੀਬੋਰਡ ਤੋਂ ਕੁਛ ਵੀ ਪ੍ਰੈਸ ਕੀਤਾ, ਮੰਨ ਲਓ ਆਪਾਂ A ਕੀ ਪ੍ਰੈਸ ਕੀਤੀ, ਆਪਾਂ ਇਨਪੁਟ ਦੇਤੀ। ਇਨਪੁਟ ਹੋ ਜਾਏਗੀ CPU ਦੇ ਵਿੱਚ। CPU ਦੇ ਵਿੱਚ ਕੀ ਹੋਏਗੀ ਹੁਣ ਆਪਣੇ ਕੋਲੇ ਪ੍ਰੋਸੈਸ। ਦੈਨ ਅਗਰ ਸਟੋਰ ਹੋਏਗੀ, ਸਟੋਰ ਹੋਏਗੀ ਮੈਮਰੀ ਦੇ ਵਿੱਚ। ਦੈਨ ਆਪਣੇ ਕੋਲੇ ਆਪਾਂ ਨੂੰ ਕੀ ਮਿਲ ਜਾਏਗੀ ਆਊਟਪੁੱਟ। ਠੀਕ ਹੈ ਜੀ, ਆਊਟਪੁੱਟ ਆਪਾਂ ਨੂੰ ਮਿਲੇਗੀ ਡੈਸਕਟੋਪ, ਮੋਨੀਟਰ ਜਿਸ ਤਰ੍ਹਾਂ ਕਹਿ ਦਿੰਦੇ ਆਪਾਂ, ਜਾਂ ਪ੍ਰਿੰਟਰ। ਇਹਨਾਂ 'ਤੇ ਆਪਾਂ ਨੂੰ ਕੀ ਮਿਲ ਜਾਏਗੀ ਆਊਟਪੁੱਟ ਮਿਲ ਜਾਏਗੀ। ਹੁਣ ਜਿਹੜੀਆਂ ਆਹ ਡਿਵਾਈਸਿਸ ਨੇ ਜਿਹੜੀਆਂ ਆਪਾਂ ਨੂੰ ਆਊਟਪੁੱਟ ਦੇਣਗੀਆਂ, ਇਹ ਆਊਟਪੁੱਟ ਡਿਵਾਈਸਿਸ। ਅਤੇ ਜਿਨ੍ਹਾਂ ਤੋਂ ਆਪਾਂ ਇਨਪੁੱਟ ਦੇਵਾਂਗੇ ਕੀਬੋਰਡ, ਮਾਊਸ, ਇਹ ਚੀਜ਼ਾਂ ਆਪਣੇ ਕੋਲ ਇਨਪੁੱਟ ਡਿਵਾਈਸਿਸ। ਇਹਨਾਂ ਬਾਰੇ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਅਗਲੇ ਲੈਕਚਰ 'ਤੇ ਪੜ੍ਹਾਂਗੇ। ਬਾਕੀ ਇਹ ਚੀਜ਼ਾਂ ਬੇਸਿਕ ਨੇ ਬਿਲਕੁਲ, ਇਹ ਕਿਸੇ ਨੂੰ ਵੀ ਪਤਾ ਹੁੰਦੀਆਂ। ਅੱਜ ਕੱਲ੍ਹ ਤਾਂ ਕੰਪਿਊਟਰ ਦਾ ਜ਼ਮਾਨਾ, ਅੱਜ ਕੱਲ੍ਹ ਤਾਂ ਛੋਟੇ ਬੱਚਿਆਂ ਨੂੰ ਇਹ ਚੀਜ਼ਾਂ ਪਤਾ ਹੁੰਦੀਆਂ। ਬਾਕੀ ਆਪਾਂ ਬਿਲਕੁਲ ਇੱਕ ਬੇਸਿਕ ਅੰਡਰਸਟੈਂਡਿੰਗ ਨੇ, ਆਪਾਂ ਬਿਲਕੁਲ ਸਕਰੈਚ ਤੋਂ ਬਿਲਕੁਲ ਬੇਸ ਤੋਂ ਲੈ ਕੇ ਚੱਲ ਰਹੇ ਹਾਂ ਚੀਜ਼। ਠੀਕ ਹੈ ਜੀ। ਹੁਣ ਪ੍ਰੋਸੈਸਿੰਗ ਜਿਹੜੀ ਹੁੰਦੀ ਆ, ਇਹ ਹੁੰਦੀ ਆ CPU ਦੇ ਵਿੱਚ। CPU ਦੇ ਵਿੱਚ ਆਪਣੇ ਕੋਲ ਕੀ ਹੁੰਦੀ ਆ ਅਰਿਥਮੈਟਿਕ ਲੌਜਿਕ ਯੂਨਿਟ। ਅਗਰ ਆਪਾਂ ਇੱਥੋਂ ਕੋਈ ਐਡੀਸ਼ਨ ਜਾਂ ਸਬਟਰੈਕਸ਼ਨ ਵਾਲੀ ਆਪਾਂ ਅਗਰ ਇੱਥੇ ਕੋਈ ਕਮਾਂਡ ਦਿੱਤੀ ਆ, ਤਾਂ ਉਹ ਚੀਜ਼ ਨੂੰ ਜਿਹੜੀ ਕਿ ਇਨਪੁੱਟ ਤੋਂ ਬਾਅਦ ਪ੍ਰੋਸੈਸ ਕੌਣ ਕਰੇਗਾ ਅਰਿਥਮੈਟਿਕ ਲੌਜਿਕ ਯੂਨਿਟ। ਮੇਨਲੀ ਅਰਿਥਮੈਟਿਕ ਲੌਜਿਕ ਯੂਨਿਟ ਜਿਵੇਂ ਇਹਦੇ 'ਚ ਨਾ 2 ਚੀਜ਼ਾਂ ਨੇ, ਅਰਿਥਮੈਟਿਕ
यूनिट एंड लॉजिक यूनिट। अरिथमैटिक की है एडिशन ते सबट्रैक्शन, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਅਰਿਥਮੈਟਿਕ ਫੰਕਸ਼ਨ ਕਰੇਗੀ। ਲੌजिक ਜਿਹੜੀਆਂ ਕਿ ਉਹਨੇ ਲੌजिकल ਚੀਜ਼ਾਂ ਚੱਕਣੀਆਂ, ਜਿਸ ਤਰ੍ਹਾਂ ਕਿ ਆਪਾਂ ਗ੍ਰੇਟਰ ਦੈਨ, ਲੈਸ ਦੈਨ ਕੋਈ ਚੀਜ਼ ਚੂਜ਼ ਕਰਨੀ ਹੈ, ਉਹ ਚੀਜ਼ਾਂ ਉਹਦੇ ਕੋਲ ਜਿਹੜੀਆਂ ਲੌजिक यूनिट ਚੱਕੇਗੀ। ਇਹ ਹੋ ਗਈ ਆਪਣੇ ਕੋਲੇ ਕੰਪਿਊਟਰ ਦੀ ਇੱਕ ਬੇਸਿਕ ਚੀਜ਼ ਜਿਹੜੀ ਸਟਰਕਚਰ ਕੰਪਿਊਟਰ ਦੀ ਕਿੱਦਾਂ ਵਰਕਿੰਗ ਕਰਦਾ। ਠੀਕ ਹੈ ਜੀ। ਇਨਪੁਟ ਆਏਗੀ, ਪ੍ਰੋਸੈਸ, ਸਟੋਰ, ਆਊਟਪੁੱਟ। ਜਿੱਦਾਂ ਕਿ ਮੈਂ ਤੁਹਾਨੂੰ ਡੈਫੀਨੇਸ਼ਨ ਦੱਸੀ, ਕੰਪਿਊਟਰ ਇਜ਼ ਐਨ advanced electronic machines that takes raw data as input, process the data, stores the data and give us information as output। ਇਹ ਹੋ ਗਈ ਆਪਣੇ ਕੋਲੇ ਡੈਫੀਨੇਸ਼ਨ ਐਜ਼ ਅ ਸਟਰਕਚਰ, ਆਪਣੇ ਕੋਲੇ ਡੈਫੀਨੇਸ਼ਨ ਕਲੀਅਰ ਹੋ ਗਈ। ਤੁਸੀਂ ਇਹਨੂੰ ਨੋਟ ਕਰ ਲਓ, ਦੈਨ ਆਪਾਂ ਅੱਗੇ ਪ੍ਰੋਸੀਡ ਕਰਦੇ ਹਾਂ। ਠੀਕ ਹੈ ਜੀ। ਹੁਣ ਆਪਾਂ ਦੇਖਦੇ ਹਾਂ ਆਪਣੇ ਕੋਲੇ ਕੰਪਿਊਟਰ ਯੂਜ਼ ਕਰਨ ਦੇ ਐਡਵਾਂਟੇਜਸ ਕੀ ਨੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਆਪਣੇ ਕੋਲੇ ਮਿਲੇਗੀ ਹਾਈ ਸਪੀਡ। ਬਹੁਤ ਹੀ ਜ਼ਿਆਦਾ ਹਾਈ ਸਪੀਡ ਆਪਾਂ ਨੂੰ ਕੰਪਿਊਟਰ 'ਤੇ ਮਿਲੇਗੀ। ਜਿਸ ਤਰ੍ਹਾਂ ਕਿ ਆਪਾਂ ਮੰਨ ਲਓ ਕੋਈ ਆਪਾਂ ਕੈਲਕੂਲੇਸ਼ਨ ਕਰਨੀ ਆ, ਮੰਨ ਲਓ ਮੈਨੂਅਲੀ ਆਪਾਂ ਕੈਲਕੂਲੇਸ਼ਨ ਆਪਾਂ ਕਾਊਂਟ ਕਰਕੇ ਕਰਨੀ ਆ, ਤਾਂ ਅਗਰ ਉਹ ਕੈਲਕੂਲੇਸ਼ਨ ਦੇ ਆਪਾਂ ਨੂੰ 10 ਜਾਂ 15 ਮਿੰਟ ਲੱਗ ਰਿਹਾ, ਤਾਂ ਕੰਪਿਊਟਰ ਨੂੰ ਹਾਰਡਲੀ ਸੈਕਿੰਡਸ ਦੇ ਵਿੱਚ ਆਪਾਂ ਨੂੰ ਕੈਲਕੂਲੇਸ਼ਨ ਕਰਕੇ ਦੇ ਦੇਗਾ। ਕੰਪਿਊਟਰ ਦੀ ਜਿਹੜੀ ਸਪੀਡ ਹੈ ਨੋਰਮਲੀ ਮੈਜ਼ਰ ਕੀਤੀ ਜਾਂਦੀ ਹੈ ਮਾਈਕਰੋ ਸੈਕਿੰਡ ਜਾਂ ਨੈਨੋ ਸੈਕਿੰਡ। 10⁻⁻6 ਮਾਈਕਰੋ ਸੈਕਿੰਡ, 10⁻⁻9 ਜਿਹੜੇ ਹੁੰਦੇ ਆਪਣੇ ਕੋਲੇ ਨੈਨੋ ਸੈਕਿੰਡ। ਅਤੇ ਐਂਡ ਈਵਨ ਪੀਕੋ ਸੈਕਿੰਡਸ ਦੇ ਵਿੱਚ ਵੀ ਆਪਣੀ ਕੰਪਿਊਟਰ ਦੀ ਸਪੀਡ ਮੈਜਰ ਕੀਤੀ ਜਾਂਦੀ ਆ 10⁻⁻12। ਸੁਪਰ ਕੰਪਿਊਟਰ ਵਗੈਰਾ ਦੇ ਕੇਸ ਦੇ ਵਿੱਚ ਪੀਕੋ ਸੈਕਿੰਡ ਦੇ ਵਿੱਚ ਸਪੀਡ ਜਿਹੜੀ ਆ ਚਲੀ ਜਾਂਦੀ ਆ। ਠੀਕ ਹੈ ਜੀ। ਆਪਣੇ ਕੋਲੇ ਹਾਈ ਸਪੀਡ ਹੋ ਗਈ। ਸੈਕਿੰਡ ਆਪਣੇ ਕੋਲੇ ਐਕੂਰੇਸੀ। ਕੰਪਿਊਟਰ 'ਚ ਆਪਾਂ ਕੋਈ ਵੀ ਚੀਜ਼ ਅਗਰ ਫੰਕਸ਼ਨ ਆਪਾਂ ਪਰਫੋਰਮ ਕਰ ਰਹੇ ਹਾਂ, ਤਾਂ ਬਹੁਤ ਜ਼ਿਆਦਾ ਪ੍ਰੋਬੇਬਿਲਿਟੀ ਹੈ ਕਿ ਜਿਹੜੀ ਉਹਦੀ ਐਕੂਰੇਸੀ ਹੋਏਗੀ ਉਹ 100% ਹੋਏਗੀ। ਇਨ ਕੇਸ ਅਗਰ ਉੱਥੇ ਕੋਈ ਚੀਜ਼ ਗਲਤ ਆ ਵੀ ਰਹੀ ਹੈ, ਐਕੂਰੇਸੀ ਦੇ ਵਿੱਚ ਮਤਲਬ ਕਿ ਥੋੜ੍ਹੀ ਬਹੁਤੀ ਕਮੀ ਵੀ ਆ ਰਹੀ ਹੈ, ਤਾਂ ਉਹ ਹਿਊਮਨ ਐਰਰ ਕਰਕੇ ਹੀ ਹੋਏਗੀ। ਕੰਪਿਊਟਰ ਕਰਕੇ ਬਹੁਤ ਹੀ ਘੱਟ ਚਾਂਸ ਨੇ ਜਿਹੜੀ ਕਿ ਆ ਐਕੂਰੇਸੀ ਉੱਥੇ ਆਪਣੀ ਖਰਾਬ ਹੋਵੇ। ਠੀਕ ਹੈ ਜੀ। ਤੀਸਰੀ ਚੀਜ਼ ਆਪਣੇ ਕੋਲੇ ਮਿਲੇਗੀ ਵਰਸਟੈਲਿਟੀ। ਵਰਸਟੈਲਿਟੀ ਦਾ ਮਤਲਬ ਆਪਾਂ ਕੰਪਿਊਟਰ 'ਤੇ ਮਲਟੀਪਲ ਫੰਕਸ਼ਨ ਆਪਾਂ ਇਹਦੇ 'ਤੇ ਆਪਾਂ ਕਿਹੜੇ ਕਰ ਸਕਦੇ ਹਾਂ, ਚਲਾ ਸਕਦੇ ਹਾਂ। ਜਿਸ ਤਰ੍ਹਾਂ ਕਿ ਫੋਰ ਐਨ ਐਗਜ਼ਾਮਪਲ, ਅਗਰ ਆਪਾਂ ਇੱਕ ਮੂਮੈਂਟ 'ਚ ਅਗਰ ਆਪਾਂ ਕੋਈ ਕੰਪਲੈਕਸ ਕੈਲਕੂਲੇਸ਼ਨ ਕਰ ਰਹੇ ਹਾਂ ਆਪਾਂ ਕੰਪਿਊਟਰ ਦੇ, ਐਂਡ ਉਸ ਤੋਂ ਵੈਰੀ ਨੈਕਸਟ ਮੂਮੈਂਟ ਆਪਾਂ ਉਹਦੇ 'ਚ ਸਪਾਈਡਰ ਸੋਲੀਟੇਅਰ ਆਪਾਂ ਉਹਦੇ 'ਚ ਤਾਸ਼ ਖੇਡ ਰਹੇ ਹਾਂ, ਤਾਂ ਇਹ ਕੀ ਹੋ ਗਈ ਆਪਣੇ ਕੋਲੇ ਕੰਪਿਊਟਰ ਦੀ ਵਰਸਟੈਲਿਟੀ। ਠੀਕ ਹੈ ਜੀ। ਚੌਥਾ ਆਪਣੇ ਕੋਲੇ ਕੰਪਿਊਟਰ ਦੀਆਂ ਸਟੋਰੇਜ। ਆਪਾਂ ਲਾਰਜ ਅਮਾਊਂਟ ਆਫ ਡਾਟਾ ਜਿਹੜਾ ਕਿ ਹੈ ਕੰਪਿਊਟਰ ਦੇ ਵਿੱਚ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਸੈਕੰਡਰੀ ਡਿਵਾਈਸਿਸ ਦੇ ਵਿੱਚ। ਠੀਕ ਹੈ ਜੀ। ਇਹ ਚੀਜ਼ਾਂ ਤੁਸੀਂ ਨੋਟ ਕਰ ਲਓ। ਕੰਪਿਊਟਰ ਦੀਆਂ ਐਡਵਾਂਟੇਜਸ ਕੀ ਨੇ? ਹਾਈ ਸਪੀਡ ਮਿਲੇਗੀ ਆਪਾਂ ਨੂੰ, ਮਾਈਕਰੋ ਸੈਕਿੰਡ, ਨੈਨੋ ਸੈਕਿੰਡ ਜਾਂ ਪਿਕੋ ਸੈਕਿੰਡ ਦੇ ਵਿੱਚ। ਇਨ ਕੇਸ ਆਫ ਸੁਪਰ ਕੰਪਿਊਟਰ ਆਪਣੇ ਕੋਲੇ ਪਿਕੋ ਸੈਕਿੰਡ 'ਚ ਸਪੀਡ ਮੈਜ਼ਰ ਕੀਤੀ ਜਾਂਦੀ ਹੈ। ਸੈਕਿੰਡ ਆਪਣੇ ਕੋਲੇ ਐਕੂਰੇਸੀ ਮਿਲੇਗੀ। ਥਰਡ ਆਪਣੇ ਕੋਲੇ ਵਰਸਟੈਲਿਟੀ ਮਿਲੇਗੀ। ਫੋਰਥ ਆਪਣੇ ਕੋਲੇ ਸਟੋਰੇਜ ਮਿਲੇਗੀ। ਇਹ ਚੀਜ਼ਾਂ ਇੱਕ ਬੇਸਿਕ ਅੰਡਰਸਟੈਂਡਿੰਗ ਲਈ ਨੇ। ਇੱਥੋਂ ਕੁਐਸਚਨ ਬਣਨ ਦੇ ਚਾਂਸ ਬਹੁਤ ਘੱਟ ਨੇ। ਠੀਕ ਹੈ ਜੀ। ਇਹ ਚੀਜ਼ਾਂ ਤੁਸੀਂ ਨੋਟ ਕਰ ਲਓ। ਆਪਾਂ ਅੱਗੇ ਪ੍ਰੋਸੀਡ ਕਰਦੇ ਹਾਂ। ਫਿਰ ਆਪਣੇ ਕੋਲ ਐਪਲੀਕੇਸ਼ਨ ਕੀ ਨੇ ਕੰਪਿਊਟਰ ਦੀਆਂ? ਐਪਲੀਕੇਸ਼ਨ ਸਿੰਪਲ ਆਪਣੇ ਕੋਲ ਆਪਾਂ ਕਿਸੇ ਐਜੂਕੇਸ਼ਨ, ਰਿਸਰਚ, ਬਿਜ਼ਨਸ, ਬੈਂਕਿੰਗ, ਇਹ ਚੀਜ਼ਾਂ ਆਪਣੇ ਕੋਲ ਆ ਗਈਆਂ ਜਿਹੜੀਆਂ ਕੰਪਿਊਟਰ ਦੀਆਂ ਐਪਲੀਕੇਸ਼ਨ। ਇਹ ਬਹੁਤ ਜ਼ਿਆਦਾ ਐਪਲੀਕੇਸ਼ਨ ਨੇ, ਤਾਂ ਜਸਟ ਮੈਂ ਇੱਕ ਸਿਰਫ 3 ਜਾਂ 4 ਦੱਸੀਆਂ। ਹੁਣ ਤਾਂ ਤਕਰੀਬਨ ਹਰ ਇੱਕ ਚੀਜ਼ ਦੇ ਵਿੱਚ ਆਪਣੇ ਕੋਲੇ ਆਟੋਮੇਸ਼ਨ ਆ ਗਈ ਆ, ਅਤੇ ਕੰਪਿਊਟਰਾਈਜੇਸ਼ਨ ਜਿਹੜੀ ਕਿ ਆਪਣੇ ਕੋਲੇ ਹਰ ਇੱਕ ਚੀਜ਼ ਦੇ ਵਿੱਚ ਹੋ ਰਹੀ ਹੈ। ਆਪਣੇ ਕੋਲੇ ਨੇ ਕੰਪਿਊਟਰ ਦੀਆਂ ਐਪਲੀਕੇਸ਼ਨਸ। ਠੀਕ ਹੈ ਜੀ। ਇਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਮੇਨ ਜਿਹੜੀ ਮੁੱਦੇ ਦੀ ਗੱਲ 'ਤੇ ਆਉਂਦੇ ਹਾਂ, ਕੰਪਿਊਟਰ ਦੀ ਐਵੋਲਿਊਸ਼ਨ ਕਿੱਦਾਂ ਹੋਈ, ਹਿਸਟਰੀ ਕਿੱਦਾਂ ਹੋਈ। ਠੀਕ ਹੈ ਜੀ। ਹੁਣ ਦੇਖੋ ਜੀ, ਕੰਪਿਊਟਰ ਹੈ, ਕੰਪਿਊਟਰ ਵਰਡ ਜਿਹੜਾ ਆਪਣੇ ਕੋਲੇ ਕਿੱਥੋਂ ਬਣਿਆ?
ਕੰਪਿਊਟ ਤੋਂ। ਕੰਪਿਊਟ ਦਾ ਮਤਲਬ ਹੁੰਦਾ ਕੈਲਕੂਲੇਸ਼ਨ, ਠੀਕ ਹੈ ਜੀ। ਕੈਲਕੂਲੇਸ਼ਨ ਕੰਪਿਊਟ ਤੋਂ ਬਣ ਗਿਆ ਕੰਪਿਊਟਰ। ਕੈਲਕੂਲੇਸ਼ਨ ਕਰਨ ਵਾਲੀ ਜਿਹੜੀ ਵੀ ਆਪਣੇ ਕੋਲੇ ਡਿਵਾਈਸ ਹੈ ਉਹਨੂੰ ਆਪਾਂ ਕੰਪਿਊਟਰ ਕਹਿ ਦਿੰਦੇ ਹਾਂ, ਠੀਕ ਹੈ ਜੀ। ਹੁਣ ਕੈਲਕੂਲੇਸ਼ਨ ਕਰਨ ਵਾਲੀ ਜਿਹੜੀ ਸਭ ਤੋਂ ਪਹਿਲੀ ਡਿਵਾਈਸ ਜਿਹੜੀ ਆਪਣੇ ਕੋਲੇ ਮੰਨੀ ਜਾਂਦੀ ਹੈ ਉਹ ਹੈ ਆਪਣੇ ਕੋਲੇ ਅਬੈਕਸ। ਅਬੈਕਸ ਦੀ ਇਨਵੈਂਸ਼ਨ ਚਾਈਨਾ ਦੇ ਵਿੱਚ ਹੋਈ। ਅਬੈਕਸ ਦੀ ਇਨਵੈਂਸ਼ਨ ਬਹੁਤ ਪਹਿਲਾਂ ਹੋ ਚੁੱਕੀ ਸੀਗੀ, ਕਿ 1 AD ਤੋਂ ਪਹਿਲਾਂ ਵੀ, ਮਤਲਬ ਕਿ ਬਿਫੋਰ ਕ੍ਰਾਈਸਟ ਦੀ ਇਨਵੈਂਸ਼ਨ ਜਿਹੜੀ ਕਿ ਚਾਈਨਾ ਦੇ ਵਿੱਚ ਹੋ ਚੁੱਕੀ ਸੀ, ਅਤੇ ਟਿਲ ਡੇਟ ਇਹ ਚੀਜ਼ ਜਿਹੜੀ ਆਪਣੇ ਕੋਲੇ ਯੂਜ਼ ਹੋ ਰਹੀ ਹੈ। ਇਹਦੀ ਕੁਛ ਇਸ ਤਰ੍ਹਾਂ ਦੀ ਹੁੰਦੀ ਹੈ, ਇਹਦੇ 'ਚ ਇਹਦੇ ਕੋਲੇ ਕਾਫੀ ਸਾਰੇ ਮਤਲਬ ਕਿ ਆਪਣੇ ਕੋਲੇ ਰੋਸ ਹੁੰਦੀਆਂ, ਤਾਂ ਇਹਦੇ ਵਿੱਚ ਆਪਣੇ ਕੋਲੇ ਇਸ ਤਰ੍ਹਾਂ ਬੀਟਸ ਪਾਈਆਂ ਹੁੰਦੀਆਂ ਕੈਲਕੂਲੇਸ਼ਨ ਦੀ, ਇਸ ਤਰੀਕੇ ਨਾਲ। ਤਾਂ ਇਹ ਆਪਣੇ ਕੋਲੇ ਹੁੰਦਾ ਅਬੈਕਸ। ਆਪਾਂ ਟਿਲ ਡੇਟ ਜਿਹੜੇ ਕਿ ਇਹਨੂੰ ਯੂਜ਼ ਕਰਦੇ ਹਾਂ ਅਬੈਕਸ ਨੂੰ, ਠੀਕ ਹੈ ਜੀ। ਅਬੈਕਸ ਤੋਂ ਬਾਅਦ ਮਾਡਰਨ ਵਰਲਡ ਦੇ ਵਿੱਚ ਜਦੋਂ ਆਪਣੇ ਕੋਲੇ ਹੁਣ ਆਇਆ ਤਾਂ ਇੱਕ ਫਰੈਂਚ ਮੈਥਮੈਟੀਸ਼ੀਅਨ ਸੀਗੇ ਪਾਸਕਲ, ਬਲੇਸ ਪਾਸਕਲ। ਹੀ ਵਾਜ਼ ਅ ਫਰੈਂਚ ਮੈਥਮੈਟੀਸ਼ੀਅਨ। ਤਾਂ ਇਹਨਾਂ ਨੇ ਜਿਹੜਾ ਕੀ ਆ ਇੱਕ ਡਿਵਾਈਸ ਜਿਹੜੀ ਕੀਤੀ ਇਨਵੈਂਟ, ਐਡੀਸ਼ਨ ਮਸ਼ੀਨ। ਉਹਦਾ ਨਾਮ ਕੀ ਹੋਇਆ? ਪਾਸਕੇਲਾਈਨ। ਇਹ ਜਿਹੜੀ ਕਿ ਆਟੋਮੈਟਿਕ ਐਡੀਸ਼ਨ ਮਸ਼ੀਨ ਸੀਗੀ, ਜਿਹੜੀ ਕਿ ਇਹਨਾਂ ਦੇ ਜਿਹੜੇ ਫਾਦਰ ਸੀਗੇ ਬਲੇਸ ਪਾਸਕਲ ਦੇ, ਇਹ ਟੈਕਸ ਕਮਿਸ਼ਨਰ ਸੀਗੇ। ਅਤੇ ਜਦੋਂ ਬਲੇਸ ਪਾਸਕਲ ਉਹਨਾਂ ਦੇ ਨਾਲ ਆਫਿਸ ਜਾਂਦੇ ਸੀ ਕਈ ਵਾਰ, ਤਾਂ ਦੇਖਦੇ ਸੀ ਉਹਨਾਂ ਦੇ ਫਾਦਰ ਨੂੰ ਕੈਲਕੂਲੇਸ਼ਨ ਦੇ ਵਿੱਚ ਬਹੁਤ ਜਿਹੜੀ ਕੀ ਆ ਦਿੱਕਤ ਆਉਂਦੀ ਆ। ਉਹਨਾਂ ਨੂੰ ਜਿਹੜੀਆਂ ਕੈਲਕੂਲੇਸ਼ਨ ਆ, ਲੰਮੀਆਂ ਕੈਲਕੂਲੇਸ਼ਨ ਉਹਨਾਂ ਨੂੰ ਕਰਨੀਆਂ ਪੈਂਦੀਆਂ ਸੀ ਮੈਨੂਅਲੀ। ਤਾਂ ਬਲੇਸ ਪਾਸਕਲ ਨੇ ਕੀ ਕੀਤਾ, ਇੱਕ ਮਸ਼ੀਨ ਇਨਵੈਂਟ ਕੀਤੀ, ਐਡੀਸ਼ਨ ਮਸ਼ੀਨ। ਇਹਦਾ ਕੀ ਨਾਮ ਕੀ ਰੱਖਿਆ? ਪਾਸਕੇਲਾਈਨ, ਠੀਕ ਹੈ ਜੀ। ਇਹ ਆਪਣੇ ਕੋਲੇ ਆ ਗਈ। ਇਸ ਤੋਂ ਆਪਾਂ ਨੂੰ ਕੀ ਹੀ ਮਤਲਬ ਕਿ ਪਤਾ ਲੱਗਦਾ, ਜਿਹੜੀ ਕਿ ਕੋਈ ਵੀ ਇਨਵੈਂਸ਼ਨ ਹੁੰਦੀ ਆ ਤਾਂ ਉਹ ਕੀ ਹੈ, ਸਮੇਂ ਦੀ ਜਿਹੜੀ ਵੀ ਲੋੜ ਹੁੰਦੀ ਆ, ਤਾਂ ਆਪਾਂ ਕਹਿੰਦੇ ਵੀ ਹਾਂ ਲੋੜ ਕਾਢ ਦੀ ਮਾਂ ਹੈ। ਤਾਂ ਉੱਥੋਂ ਆਪਣੇ ਕੋਲੇ ਇਨਵੈਂਸ਼ਨ ਹੋਣੀ ਹੌਲੀ ਹੌਲੀ ਸ਼ੁਰੂ ਹੋ ਗਈ। ਬਹੁਤ ਲੰਮੀ ਹਿਸਟਰੀ ਹੈ ਕੰਪਿਊਟਰ ਦੀ। ਹੌਲੀ ਹੌਲੀ ਕਰਕੇ ਜਿਹੜੀਆਂ ਆਪਾਂ ਅੱਜ ਦੇਖਦੇ ਹਾਂ ਬਹੁਤ ਜ਼ਿਆਦਾ ਆਪਣੇ ਕੋਲੇ ਟੈਕਨੋਲੋਜੀ ਆ ਚੁੱਕੀ ਆ। ਤਾਂ ਇਹ ਪੁਰਾਣੀਆਂ ਜਿਹੜੀਆਂ ਹੌਲੀ ਹੌਲੀ ਚੱਲੀਆਂ ਐਵੋਲੂਸ਼ਨ, ਉੱਥੋਂ ਚੱਲ ਕੇ ਆਪਣੇ ਕੋਲੇ ਅੱਜ ਜਿਹੜੇ ਵੀ ਆਪਾਂ ਪਹੁੰਚੇ ਹਾਂ ਚੀਜ਼ਾਂ 'ਤੇ, ਇੱਕੋ ਦਮ ਨਹੀਂ ਕੁਛ ਵੀ ਹੁੰਦਾ। ਹੌਲੀ ਹੌਲੀ ਕਿਸੇ ਵੀ ਚੀਜ਼ ਪਿੱਛੇ, ਹਰ ਇੱਕ ਚੀਜ਼ ਪਿੱਛੇ ਹਿਸਟਰੀ ਹੁੰਦੀ ਹੈ ਇੱਕ, ਠੀਕ ਹੈ ਜੀ। ਉਸ ਤੋਂ ਬਾਅਦ ਆਇਆ 1822 ਦੇ ਵਿੱਚ ਡਿਫਰੈਂਸ ਇੰਜਨ। ਠੀਕ ਹੈ ਜੀ। ਡਿਫਰੈਂਸ ਇੰਜਨ ਦੀ ਜਿਹੜੀ ਕਿ ਕਿੰਨੇ ਕੀਤੀ ਸੀਗੀ ਖੋਜ? ਆਪਣਾ ਚਾਰਲਸ ਬੈਬੇਜ। ਹੁਣ ਚਾਰਲਸ ਬੈਬੇਜ ਨੂੰ ਫਾਦਰ ਆਫ ਕੰਪਿਊਟਰ ਮੰਨਿਆ ਜਾਂਦਾ। ਠੀਕ ਹੈ ਜੀ, ਫਾਦਰ ਆਫ ਕੰਪਿਊਟਰ। ਇਹਨਾਂ ਨੇ ਕੀ ਕੀਤੀ? ਡਿਫਰੈਂਸ ਇੰਜਨ। ਅਤੇ ਦੈਨ 1834 ਦੇ ਵਿੱਚ, ਇਹ ਇੰਗਲੈਂਡ ਤੋਂ ਸੀ ਚਾਰਲਸ ਬੈਬੇਜ। 1834 ਦੇ ਵਿੱਚ ਇਹਨਾਂ ਨੇ ਕੀ ਕੀਤਾ? ਡਿਵੈਲਪ ਐਨਾਲਿਟੀਕਲ ਇੰਜਨ। ਇਹ ਇਹਨਾਂ ਕੀਤਾ 1834 ਦੇ ਵਿੱਚ, ਚਾਰਲਸ ਬੈਬੇਜ ਨੇ ਹੀ। ਠੀਕ ਹੈ ਜੀ। ਇਹਨਾਂ ਨੂੰ ਕੀ ਕਿਹਾ ਜਾਂਦਾ? ਫਾਦਰ ਆਫ ਕੰਪਿਊਟਰ। ਹੁਣ ਆਪਾਂ ਗੱਲ ਕਰਦੇ ਹਾਂ ਫਾਦਰ ਆਫ ਮਾਡਰਨ ਕੰਪਿਊਟਰ ਦੀ। ਨੋਟ ਕਰ ਲਓ ਤੁਸੀਂ ਇਹ ਚੀਜ਼ਾਂ। 1822 ਦੇ ਵਿੱਚ ਆਪਣੇ ਕੋਲ ਆਇਆ ਡਿਫਰੈਂਸ ਇੰਜਨ, 1834 ਦੇ ਵਿੱਚ ਆਪਣੇ ਕੋਲ ਆਇਆ ਐਨਾਲਿਟੀਕਲ ਇੰਜਨ। ਥੋੜ੍ਹੀ ਬਹੁਤੀ ਫਲਕਚੁਏਸ਼ਨ ਕਿਤੇ ਨਾ ਕਿਤੇ ਡੇਟਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀ ਆ। ਕਈ ਬੁੱਕਸ ਦੇ ਵਿੱਚ ਡੇਟ ਕੋਈ 1-2 ਸਾਲ ਪਹਿਲਾਂ, ਕਿਤੇ 1-2 ਸਾਲ ਬਾਅਦ ਹੈ। ਤਾਂ ਇੱਕ ਮੈਂ ਜਿਸ ਕਿ ਜ਼ਿਆਦਾ ਜਿਹੜੀ ਵੀ ਡੇਟ ਜ਼ਿਆਦਾ ਕਿਤੇ ਵੀ ਦਿਖੀ ਮੈਨੂੰ, ਮੈਂ ਉਹ ਡੇਟ ਇੱਥੇ ਲਈਆਂ। ਠੀਕ ਹੈ ਜੀ। ਬਾਕੀ ਕੋਈ ਇੰਨਾ ਜ਼ਿਆਦਾ ਇਸ਼ੂ ਨਹੀਂ ਹੈ ਡੇਟਸ ਦਾ। ਡੇਟਸ ਮਾੜੀ ਮੋਟੀ ਫਲਕਚੁਏਟ ਕਰ ਵੀ ਸਕਦੇ, ਤੁਸੀਂ ਇਹਨੂੰ ਨੋਟ ਕਰ ਲਓ। ਆਪਣੇ ਕੋਲ ਆਉਂਦੇ ਆ ਫਾਦਰ ਆਫ ਮਾਡਰਨ ਕੰਪਿਊਟਰ। ਫਾਦਰ ਆਫ ਮਾਡਰਨ ਕੰਪਿਊਟਰ ਕਿਹਾ ਜਾਂਦਾ ਐਲਨ ਟਿਊਰਿੰਗ ਨੂੰ। ਫਾਦਰ ਆਫ ਕੰਪਿਊਟਰ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੁੰਦਾ, ਪਰ ਪੇਪਰ 'ਚ ਕੁਐਸਚਨ ਪੁੱਛਿਆ ਜਾਂਦਾ ਫਾਦਰ ਆਫ ਮਾਡਰਨ ਕੰਪਿਊਟਰ ਕੌਣ ਹੈ? ਤਾਂ ਫਾਦਰ ਆਫ ਮਾਡਰਨ ਕੰਪਿਊਟਰ ਹੈ ਐਲਨ ਟਿਊਰਿੰਗ।
ਆਪਾਂ ਇਦਾਂ ਦੇ ਹੋਰ ਵੀ ਜਿਹੜੇ ਕਿ ਇਫੈਕਟ ਆ ਵਨ ਲਾਈਨਰ ਆਪਾਂ ਬਾਅਦ ਦੇ ਵਿੱਚ ਕਵਰ ਕਰਾਂਗੇ ਸਾਰੀਆਂ ਚੀਜ਼ਾਂ। ਤਾਂ ਫਾਦਰ ਆਫ ਮਾਡਰਨ ਕੰਪਿਊਟਰ ਐਲਨ ਟਿਊਰਿੰਗ, ਇਹਨਾਂ ਨੇ ਕੀ ਇੱਕ ਥਿਊਰੀ ਜੀ ਦਿੱਤੀ ਸੀਗੀ ਵੀ ਜਿਹਦੇ ਤੋਂ ਇੱਕ ਚੀਜ਼ ਦੱਸੀ ਵੀ ਆਪਾਂ ਕੰਪਿਊਟਰ ਇਲੈਕਟ੍ਰੋਨਿਕ ਜਿੱਦਾਂ ਕਿ ਕੰਪਿਊਟਰ ਵੀ ਆਪਾਂ ਬਣਾ ਸਕਦੇ ਹਾਂ। ਤਾਂ ਕਰਕੇ ਇਹਨਾਂ ਨੂੰ ਫਾਦਰ ਆਫ ਮਾਡਰਨ ਕੰਪਿਊਟਰ ਕਿਹਾ ਜਾਂਦਾ ਹੈ। ਤਾਂ ਫਸਟ ਮਾਡਰਨ ਕੰਪਿਊਟਰ ਜਿਹੜਾ ਆਪਣੇ ਕੋਲ ਮੰਨਿਆ ਜਾਂਦਾ ਹੈ फस्ट मॉडर्न कंप्यूटर मन्निया जाता अपने को ENIAC, इलैक्ट्रॉनिक न्यूमेरिकल इंटीग्रेटर एंड कैलकुलेटर। ठीक है जी, ये चले जाता ENIAC अपने को। ਹੁਣ ਆਪਾਂ ਦੇਖਦੇ ਹਾਂ ਫਸਟ ਜਨਰੇਸ਼ਨ ਕੰਪਿਊਟਰ ਕਿੱਦਾਂ ਡਿਵੈਲਪ ਹੋਏ, ਤਾਂ ਉਹਦੇ ਵਿੱਚ ਆਪਾਂ ਦੇਖਾਂਗੇ ENIAC ਜਿਹੜਾ ਸੀਗਾ ਇਹ ਫਸਟ ਜਨਰੇਸ਼ਨ ਕੰਪਿਊਟਰ ਸੀਗਾ। ਜਨਰੇਸ਼ਨ ਜਿਹੜੀਆਂ ਕੰਪਿਊਟਰ ਦੀਆਂ ਡਿਫਾਈਨ ਕੀਤੀਆਂ ਜਾਂਦੀਆਂ ਉਹ ਕੀਤੀਆਂ ਜਾਂਦੀਆਂ ਕਿਸ ਬੇਸਿਸ 'ਤੇ ਕਿ ਉਹਦੇ ਵਿੱਚ ਟੈਕਨੋਲੋਜੀ ਕਿਹੜੀ ਯੂਜ਼ ਹੋਈ ਆਪਣੇ ਕੋਲ। ਹੁਣ ਆਪਾਂ ਦੇਖਦੇ ਹਾਂ ਫਸਟ ਜਨਰੇਸ਼ਨ ਕੰਪਿਊਟਰਸ। फस्ट जनरेशन फस्ट जनरेशन ਦੇ ਵਿੱਚ ਆਪਣੇ ਕੋਲੇ ਟੈਕਨੋਲੋਜੀ ਜਿਹੜੀ ਯੂਜ਼ ਹੋਈ ਉਹ ਕਿਹੜੀ ਸੀਗੀ? ਵੈਕਿਊਮ ਟਿਊਬਸ। ਠੀਕ ਹੈ ਜੀ। ਹੁਣ ਵੈਕਿਊਮ ਟਿਊਬ ਕੀ ਸੀਗੀਆਂ? ਵੈਕਿਊਮ ਟਿਊਬ ਜਿਹੜੀ ਸੀ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਕਰਦੀਆਂ ਸੀ, ਹੀਟ ਪ੍ਰੋਡਕਸ਼ਨ ਹੁੰਦੀ ਸੀ ਤੇ ਫਿਊਜ਼ ਜਲਦੀ ਹੋ ਜਾਂਦੀਆਂ ਸੀਗੀਆਂ। ਤਾਂ ਕਰਕੇ ਅਗਰ ਜ਼ਿਆਦਾ ਹੀਟ ਪ੍ਰੋਡਿਊਸ ਹੋਏਗੀ ਤਾਂ ਉੱਥੇ ਆਪਾਂ ਨੂੰ ਕਿਹੜੀ ਚੀਜ਼ ਆਪਣੀ ਯੂਜ਼ ਕਰਨੀ ਪਏਗੀ? ਆਪਣੇ ਕੋਲ 에ਅਰ ਕੰਡੀਸ਼ਨਰ ਯੂਜ਼ ਕਰਨੇ ਪੈਂਦੇ ਸੀ ਆਪਾਂ ਨੂੰ। ਦੂਸਰੀ ਗੱਲ ਹੈ ਕੰਪਿਊਟਰ ਦਾ ਜਿਹੜਾ ਕੀ ਹੈ ਸਾਈਜ਼ ਵੈਰੀ ਲਾਰਜ, ਸਾਈਜ਼ ਬਹੁਤ ਵੱਡਾ ਸੀਗਾ। ਦੂਜੀ ਕਿ ਇਹਨਾਂ ਦੀ ਪ੍ਰੋਡਕਸ਼ਨ ਕੋਸਟ ਬਹੁਤ ਜ਼ਿਆਦਾ ਸੀਗੀ ਤੇ ਐਫੀਸ਼ੀਐਂਸੀ ਨੋਟ ਸੋ ਗੁੱਡ। ਫਸਟ ਜਨਰੇਸ਼ਨ ਦੇ ਵਿੱਚ ਆਪਣੇ ਕੋਲ ਕੀ ਚੀਜ਼ਾਂ ਯੂਜ਼ ਹੋਈਆਂ? ਵੈਕਿਊਮ ਟਿਊਬਸ। ਵੈਕਿਊਮ ਟਿਊਬਸ ਹੀਟ ਪ੍ਰੋਡਿਊਸ ਕਰਦੀਆਂ ਸੀਗੀਆਂ ਤੇ ਫਿਊਜ਼ ਵੀ ਫ੍ਰੀਕੁਐਂਟਲੀ ਹੋ ਜਾਂਦੀਆਂ ਸੀਗੀਆਂ। ਅਗਰ ਉਹ ਵਾਰੀ ਟਿਊਬ ਫਿਊਜ਼ ਹੋਏਗੀ, ਇੱਕ ਉਹਦੀ ਕੋਸਟ ਵੀ ਜ਼ਿਆਦਾ ਤਾਂ ਆਪਣੇ ਕੋਲੇ ਹੋਰ ਜ਼ਿਆਦਾ ਕਿਹੜੀ ਹੁੰਦੀ ਕੋਸਟਿੰਗ ਹੈ ਰੈਗੂਲਰ ਵੱਧਦੀ ਜਾਏਗੀ। ਦੂਸਰੀ ਚੀਜ਼ ਹੈ ਇਹ ਇਹਨਾਂ ਦਾ ਸਪੇਸ ਬਹੁਤ ਜ਼ਿਆਦਾ ਘੇਰਦੀਆਂ ਸੀਗੀਆਂ, ਸਾਈਜ਼ ਬਹੁਤ ਵੱਡਾ ਹੁੰਦਾ ਸੀ ਇਹ ਕੰਪਿਊਟਰ ਦਾ ਤੇ ਹੀਟ ਪ੍ਰੋਡਕਸ਼ਨ ਕਰੇਗੀ ਤਾਂ ਉੱਥੇ ਆਪਾਂ ਨੂੰ ਕੰਪਿਊਟਰ ਨੂੰ ਠੰਡਾ ਰੱਖਣ ਲਈ ਆਪਣੇ ਕੋਲ 에ਅਰ ਕੰਡੀਸ਼ਨਰ ਦੀ ਲੋੜ ਪਏਗੀ। ਪ੍ਰੋਡਕਸ਼ਨ ਕੋਸਟ ਦੀ ਜ਼ਿਆਦਾ ਸੀਗੀ, ਐਫੀਸ਼ੀਐਂਸੀ ਦੀ ਜ਼ਿਆਦਾ ਨਹੀਂ ਸੀਗੀ। ਤਾਂ ਫਸਟ ਜਨਰੇਸ਼ਨ ਦੇ ਕੰਪਿਊਟਰ ਦੇ ਵਿੱਚ ਆਪਣੇ ਕੋਲ ਜਿਹੜੀਆਂ ਐਗਜ਼ਾਮਪਲ ਆ ਜਾਂਦੀਆਂ ਉਹ ਆਪਣੇ ਕੋਲੇ ENIAC ਜਿਹੜੀ ਆਪਾਂ ਪਹਿਲਾਂ ਪੜ੍ਹੀ, ਤੀਜੀ ਆਪਣੇ ਕੋਲੇ ਦੂਜੀ ਆਪਣੇ ਕੋਲੇ EDVAC, ਚੌਥੀ ਆਪਣੇ ਕੋਲੇ UNIVAC। ਹੁਣ ਇਹ ਤਿੰਨੇ ਕੰਪਿਊਟਰ ਸੀਗੇ ਜਿਹੜੇ ਇਹਨਾਂ ਨੂੰ ਕਿਹਨਾਂ ਨੇ ਡਿਜ਼ਾਈਨ ਕੀਤਾ? ਇਹਨਾਂ ਨੂੰ ਕੀਤਾ JP ਐਕਟ ਤੇ ਜੌਨ W ਮੋਚਰੀ। ਨਾਮ ਪ੍ਰੋਨਾਂਸੀਏਸ਼ਨ ਦੇ ਵਿੱਚ ਥੋੜੀ ਜਿਹੀ ਇੱਧਰ ਉੱਧਰ ਹੋ ਸਕਦੀ ਹੈ, ਬਾਕੀ ਯਾਦ ਦੇ ਕਰੈਕਟ ਸਪੈਲ ਹੈ। JP ਐਕਟ ਪਲੱਸ ਜੌਨ W ਮੋਚਲੀ। ਇਹਨਾਂ ਨੇ ਕਿਹੜੇ ਕੀ ਤਿੰਨ ਕੰਪਿਊਟਰ ਜਿਹੜੇ ਇਹ ਕੀਤੇ। ਇਹ ਤਿੰਨੇ ਕੰਪਿਊਟਰ ਜਿਹੜੇ ਨੇ ਫਸਟ ਜਨਰੇਸ਼ਨ ਦੇ ਵਿੱਚ ਮੰਨੇ ਜਾਂਦੇ ਨੇ ਕਿਉਂਕਿ ਇਹਨਾਂ ਜਿਹੜੀ ਟੈਕਨੋਲੋਜੀ ਯੂਜ਼ ਹੋਈ ਉਹ ਕਿਹੜੀ ਹੋਈ ਆਪਣੇ ਕੋਲੇ? ਵੈਕਿਊਮ ਟਿਊਬਸ। ਠੀਕ ਹੈ ਜੀ। ਹੁਣ ਵੈਕਿਊਮ ਟਿਊਬਸ ਤੁਹਾਨੂੰ ਪਤਾ ਲੱਗ ਗਿਆ ਕਿਉਂ ਜ਼ਿਆਦਾ ਸਕਸੈਸਫੁਲ ਨਹੀਂ ਹੋਏ, ਕਿਉਂਕਿ ਇਹਦੇ ਵਿੱਚ ਜਿਹੜੀ ਕਿ ਹੀਟ ਪ੍ਰੋਡਕਸ਼ਨ, ਫਿਊਜ਼ ਫ੍ਰੀਕੁਐਂਟਲੀ, 에ਅਰ ਕੰਡੀਸ਼ਨਰ ਯੂਜ਼ ਕਰਨੇ ਪੈਂਦੇ ਸੀ। ਅਗਰ ਹੀਟ ਪ੍ਰੋਡਿਊਸ ਹੋਏਗੀ, ਸਾਈਜ਼ ਬਹੁਤ ਜ਼ਿਆਦਾ ਸੀ ਇਹਨਾਂ ਦਾ, ਪ੍ਰੋਡਕਸ਼ਨ ਕੋਸਟ ਬਹੁਤ ਜ਼ਿਆਦਾ ਸੀਗੀ ਤੇ ਐਫੀਸ਼ੀਐਂਸੀ ਇੰਨੀ ਜ਼ਿਆਦਾ ਨਹੀਂ ਸੀਗੀ। ਠੀਕ ਹੈ ਜੀ। ਫਿਰ ਆਉਂਦੇ ਆਪਣੇ ਕੋਲੇ ਸੈਕੰਡ ਜਨਰੇਸ਼ਨ ਕੰਪਿਊਟਰ। ਜਿਹੜਾ ਫਸਟ ਜਨਰੇਸ਼ਨ ਕੰਪਿਊਟਰ ਇਹਦਾ ਜਿਹੜਾ ਟਾਈਮ ਸਪੈਨ ਹੈ ਆਪਣੇ ਕੋਲੇ ਮੰਨਿਆ ਜਾਂਦਾ 1942 ਤੋਂ 1955 ਤੱਕ। ਪਰ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਹੈ, ਕੋਈ ਕਦੋਂ ਕਹਿ ਦਿੰਦਾ, ਕੋਈ ਕਦੋਂ ਕਹਿ ਦਿੰਦਾ। ਤੋ ਐਜ਼ ਸੱਚ ਇੱਥੋਂ ਕੁਐਸਚਨ ਆਪਣੇ ਕੋਲੇ ਬਣਦਾ ਨਹੀਂ ਹੈ, ਪਰ ਤੁਸੀਂ ਇਹੀ ਰੱਖ ਸਕਦੇ ਹੋ ਕਿਉਂਕਿ ਇੱਕ ਸਟੈਂਡਰਡ ਜਿਹਾ ਹੀ ਮੰਨਿਆ ਜਾਂਦਾ 1942 ਤੋਂ 1955 ਦੇ ਵਿੱਚ ਜਿਹੜੀ ਕਿ ਫਸਟ ਜਨਰੇਸ਼ਨ ਸੀਗੀ ਕੰਪਿਊਟਰ ਦੀ। ਠੀਕ ਹੈ ਜੀ। ਹੁਣ ਆਪਾਂ ਦੇਖਦੇ ਹਾਂ ਅੱਗੋਂ ਸੈਕੰਡ ਜਨਰੇਸ਼ਨ। ਤੁਸੀਂ ਨੋਟ ਕਰ ਲਓ ਫਸਟ ਜਨਰੇਸ਼ਨ।
ਹੁਣ ਦੇਖਦੇ ਆਪਾਂ ਸੈਕਿੰਡ ਜਨਰੇਸ਼ਨ। ਸੈਕਿੰਡ ਜਨਰੇਸ਼ਨ ਦੀ ਜਿਹੜੀ ਆਪਣੇ ਕੋਲ ਟੈਕਨੋਲੋਜੀ ਯੂਜ਼ ਹੋਈ ਉਹ ਸੀਗੀ ਆਪਣੇ ਕੋਲ ਇੰਟੀਗ੍ਰੇਟਿਡ ਚਿਪਸ, ਨਾ ਸੌਰੀ ਸੈਕਿੰਡ ਜਨਰੇਸ਼ਨ 'ਚ ਆਪਣੇ ਕੋਲ ਯੂਜ਼ ਹੋਏ ਟ੍ਰਾਂजिस्टर। ਟ੍ਰਾਂजिस्टर ਅਗੇਨ ਇਹਨਾਂ ਦੀ ਵੀ ਹੀਟ ਪ੍ਰੋਡਕਸ਼ਨ ਬਹੁਤ ਸੀਗੀ, ਹੀਟ ਪ੍ਰੋਡਕਸ਼ਨ ਹੋਏਗੀ ਤਾਂ ਏਸੀ ਵੀ ਰਿਕੁਆਇਰਡ ਹੋਏਗਾ ਇੱਥੇ ਆਪਣੇ ਕੋਲੇ। ਹੀਟ ਪ੍ਰੋਡਕਸ਼ਨ ਹੋਏਗੀ ਆਪਣੇ ਕੋਲੇ, ਏਸੀ ਰਿਕੁਆਇਰਡ ਹੋਏਗਾ, ਤਾਂ ਇਹ ਵੀ ਕੀ ਹੈ ਇਹਨਾਂ ਦੀ ਜਿਹੜੀ ਕੀ ਆ ਇਹਨਾਂ ਦੀ ਸਪੀਡ ਸੀਗੀ, ਸਪੀਡ ਬੈਟਰ ਦੈਨ ਫਸਟ ਜਨਰੇਸ਼ਨ, ਤੇ ਐਫੀਸ਼ੀਐਂਸੀ ਵੀ ਜਿਹੜੀ ਇਹਨਾਂ ਦੀ ਬੈਟਰ ਹੋਏਗੀ। ਠੀਕ ਹੈ ਜੀ, ਸਪੀਡ ਵੀ ਬੈਟਰ ਹੈ ਫਸਟ ਜਨਰੇਸ਼ਨ ਨਾਲੋਂ, ਤੇ ਐਫੀਸ਼ੀਐਂਸੀ ਵੀ ਜਿਹੜੀ ਕਿ ਆਪਣੇ ਕੋਲੇ ਬੈਟਰ ਹੈ ਸੈਕਿੰਡ ਜਨਰੇਸ਼ਨ ਨਾਲੋਂ। ਜਿਹੜਾ ਇਹਦਾ ਕੀ ਆਪਣੇ ਕੋਲੇ ਟਾਈਮ ਸਪੈਨ 1955 ਤੋਂ ਆਪਣੇ ਕੋਲੇ 64 ਤੱਕ ਦਾ ਮੰਨਿਆ ਜਾਂਦਾ ਹੈ ਸੈਕਿੰਡ ਜਨਰੇਸ਼ਨ ਕੰਪਿਊਟਰ ਦਾ, 1955 ਤੋਂ 64 ਤੱਕ ਦਾ। ਇਹ ਤੁਸੀਂ ਦੇਖ ਲਓ ਆਪਣੇ ਕੋਲ ਸੈਕਿੰਡ ਜਨਰੇਸ਼ਨ ਕੰਪਿਊਟਰ ਹੈ। ठीक है जी, ਜਿਹੜੀ ਕਹਿੰਦੀ ਸੀਗੀ ਪ੍ਰੋਡਕਸ਼ਨ ਕੋਸਟ ਲੈਸ ਦੈਨ ਫਸਟ ਜਨਰੇਸ਼ਨ, ਲੇਕਿਨ ਫਸਟ ਜਨਰੇਸ਼ਨ ਨਾਲੋਂ ਹਰ ਹਾਲ ਦੇ ਵਿੱਚ ਥੋੜਾ ਥੋੜਾ ਕਿਹੜੇ ਇਹਦੇ 'ਚ ਜਿਹੜੀ ਕੀ ਹੈ ਬੈਟਰਮੈਂਟ ਆਪਣੇ ਕੋਲੇ ਸੈਕਿੰਡ ਜਨਰੇਸ਼ਨ ਦੇ ਵਿੱਚ ਆਪਣੇ ਕੋਲੇ ਕੀਤੀ ਗਈ ਸੀਗੀ। ਠੀਕ ਆ, ਫਿਰ ਸੈਕਿੰਡ ਜਨਰੇਸ਼ਨ ਦੇ ਵੀ ਕੁਝ ਥੋੜ੍ਹੇ ਬਹੁਤੇ ਜਿਹੜੇ ਡਰੋਬੈਕ ਸੀਗੇ ਇਹਦਾ ਵੀ, ਜਿਵੇਂ ਹੀਟ ਪ੍ਰੋਡਕਸ਼ਨ ਸੀਗੀ, ਏਸੀ ਰਿਕੁਆਇਰਡ ਸੀਗਾ, ਸਾਈਜ਼ ਵੀ ਹਜੇ ਇਹਦਾ ਕਾਫੀ ਜ਼ਿਆਦਾ ਸੀਗਾ। ਤਾਂ ਫਿਰ ਆਪਣੇ ਕੋਲੇ ਨੈਕਸਟ ਜਿਹੜੀ ਐਵੋਲੂਸ਼ਨ ਆਉਂਦੀ ਹੈ ਥਰਡ ਜਨਰੇਸ਼ਨ, ਜਿਹੜੀ ਕਿ ਆਪਾਂ ਉਹਦੇ 'ਚ ਯੂਜ਼ ਕਰਾਂਗੇ ਇੰਟੀਗ੍ਰੇਟਿਡ ਚਿਪਸ। ਠੀਕ ਹੈ ਜੀ, ਦੇਖਦੇ ਹਾਂ, ਨੋਟ ਕਰ ਲਓ ਤੁਸੀਂ। थर्ड जनरेशन टेक्नोलॉजी किहड़ी यूज़ की कितने अपने कोले इंटीग्रेटेड चिप्स। इंटीग्रेटेड चिप्स किन्ने इन्वेंट किए अपने कोले? जैक किल्बी ते रॉबर्ट नॉइस, इन्होंने अपने कोले इंटीग्रेटेड चिप्स जी कि इन्होंने दोवां ने इन्वेंट कीतियां। ठीक है जी, इन्हों की जी होनी सी अपने कोले प्रोडक्शन कोस्ट, प्रोडक्शन कोर्स इन्हों की जी अपने को लो सी फस्ट तो सैकेंड जनरेशन तो। ठीक है जी, साइज भी इनका स्मॉल सीगा, बट एसी इत्थे स्टिल रिक्वायर्ड सी अपने को। ठीक है जी, ये अपने को आ गई थर्ड जनरेशन। पहली जनरेशन के अपने को यूज़ हुई वैक्यूम ट्यूब्स, सैकेंड जनरेशन के अपने को यूज़ हुए ट्रांजिस्टर। दैन ट्रांजिस्टर ही काफ़ी सारे मतलब कि इकट्ठे ट्रांजिस्टर ला के अपने को इंटीग्रेट करके इंटीग्रेटेड चिप्स बना दी गई। तो ये अपने को कंप्यूटर की होगी थर्ड जनरेशन, जोड़ा कि इनका है स्पैन ये है 1964 टू 71, 1964 तो 71 अपने को मन्या जाता है। इन्हों से मैं तुम्हें अगेन दस रहा, इन्हों काफ़ी ज़्यादा फ्लक्चुएशन हैगी, पर जो भी स्टैंडर्ड बुक्स के दिता मैं थानू वो जोड़ा कि दसिया एज इतों क्वेश्चन नहीं बनता। क्वेश्चन अपने को बनेगा थर्ड जनरेशन च अपने को टैक्नोलॉजी यूज़ हुई, फस्ट च केड़ी या सैकेंड च केड़ी। ठीक है जी, ये अपने को होगी थर्ड जनरेशन, नोट कर लो तुसीं इहनूं। दैन आपां फोर्थ जनरेशन देखते हैं। ਜਿਹੜੇ ਇਹਨਾਂ ਦੇ ਇਨਵੈਂਟਰ ਹੈ, अगर ਵਧੀਆ ਲੈਵਲ ਦਾ क्वेश्चन बनना तो यही बनेगा भी इंटीग्रेटेड चिप्स अपने को किन्हों ने इन्वेंट कीतियां, तो सीगे जैक किल्बी तो रॉबर्ट नॉइस।
अगला अपने को फोर्थ जनरेशन। ਇਹਦੇ 'ਚ ਆਪਣੇ ਕੋਲ ਟੈਕਨੋਲੋਜੀ ਕਿਹੜੀ ਯੂਜ਼ ਕੀਤੀ ਸੀਗੀ? ਲਾਰਜ ਸਕੇਲ ਇੰਟੀਗ੍ਰੇਟਿਡ ਚਿਪਸ। ਟੈਕਨੋਲੋਜੀ ਇੰਟੀਗ੍ਰੇਟਿਡ ਚਿਪਸ ਹੀ ਸੀਗੀ, ਪਰ ਉਹਨੂੰ ਜਿਹੜੀ ਇੰਟੀਗ੍ਰੇਸ਼ਨ ਹੈ ਉਹ ਲਾਰਜ ਸਕੇਲ ਤੇ ਕਰ ਦਿੱਤੀ। ਆਪਣੇ ਕੋਲ ਲਾਰਜ ਸਕੇਲ ਇੰਟੀਗ੍ਰੇਟਿਡ ਚਿਪਸ। ਇਹਨਾਂ ਦੀ ਐਫੀਸ਼ੀਐਂਸੀ ਵੈਰੀ ਹਾਈ, स्पीड वेरी हाई, प्रोडक्शन कॉस्ट इनकी लो है, अगर अपने को प्रोडक्शन कॉस्ट लो है तो अपने को कंप्यूटर की हो गया अफोर्डेबल। इस तो पहला जो कंप्यूटर अपने को आ रहे सी वो सिर्फ साइंटिफिक परपस ਲਈ ਜਾਂ ਮਿਲਟਰੀ परपस ਲਈ यूज़ किए जाते सी, बट फोर्थ जनरेशन तो बाद जी प्रोडक्शन को स्लो होगी, कंप्यूटर अफोर्डेबल हो गया तो आम बंदे की पहुँच हौली हौली इतों होनी शुरू हो गई कंप्यूटर तक। ठीक है जी। लार्ज स्केल इंटीग्रेटेड चिप अपने को इत्थे यूज़ की गई, प्रोडक्शन को स्लो सी तो AC इत्थे अपने को नॉट रिक्वायर्ड, AC की रिक्वायरमेंट अपने को इत्थे खत्म हो गई। AC अपनी फोर्थ जनरेशन ये अपने को 1971 तो बाद प्रेजेंट तक अपने को चल रही है फोर्थ जनरेशन। ठीक है जी, नोट कर लो तुसीं इहनूं। नैक्सट अपने को फिफ्थ जनरेशन। फिफ्थ जनरेशन जी कि अपने को प्रेजेंट तो फ्यूचर टैक्नोलॉजी, प्रेजेंट भी इहदे ते काम चल रहा है तो फ्यूचर के भी अपने को जी है फिफ्थ जनरेशन आने वाली। इहदे च अपने को टैक्नोलॉजी है अल्ट्रा लार्ज स्केल इंटीग्रेटेड चिप्स। बहुत हाई लैवल ते जिहड़ियां कि अपने को बहुत लार्ज लैवल के उत्ते जिहड़ियां चिप्स कि अपने को इंटीग्रेट उत्थे कीतियां गईयां। अल्ट्रा लार्ज स्केल इंटीग्रेटेड चिप्स। तो इहदे विच अपने को किहड़ी चीज़ आ जाएगी? आर्टिफिशियल इंटैलीजेंस। इस तो पहले जिहड़े कंप्यूटर ने उन्हां कोले अपनी इंटैलीजेंस नहीं है, उन्हें च अपना आपां नूं ही आपां अगर उन्हें कोई आपां इंस्ट्रक्शन दे रहे हैं उस हिसाब नाल वर्क कर रहा है। पर जी फिफ्थ जनरेशन अपने को जिथे वर्क चल रहा है इहदे ते अपने को आर्टिफिशियल इंटैलीजेंस से वर्क चल रहा है, बिल्कुल प्रोपर ऑटोमेशन जी कि अपने को फिफ्थ जनरेशन तो बाद अपने को हो जाएगी। ठीक है जी। हुण आपां थोड़े जे दो को फैक्चुअल क्वेश्चन देखते हैं। पहला अपने को फर्स्ट मॉडर्न कंप्यूटर इन वर्ल्ड। ये अपने को ENIAC। फर्स्ट कंप्यूटर ऑफ इंडिया ये अपने को सिद्धार्थ। ठीक है जी, स्पेलिंग नहीं है। ये अपने को फर्स्ट कंप्यूटर ऑफ इंडिया सिद्धार्थ। हुण एक क्वेश्चन तुसीं जिहड़ा की है खुद देखना है, फर्स्ट सुपर कंप्यूटर ऑफ इंडिया। इंडिया का भी फर्स्ट सुपर कंप्यूटर तो फर्स्ट सुपर कंप्यूटर ऑफ वर्ल्ड। ये दो क्वेश्चन का जोड़ा कि आंसर तुसीं क्या कमेंट बॉक्स से करना। आप नैक्सट वीडियो के भी जी चीज़ आप डिस्कस करांगे ये क्वेश्चन, तो होर भी जोड़े क्वेश्चन इतों आप बन सकते हो आप उत्थे डिस्कस करांगे। दूसरी जी होर दो चीज़ां तुसीं हुण तुसीं इत्थे मैनूं चार चीज़ां कमेंट दे विच दसोगे। पहला अपने को सुपर कंप्यूटर बारे, वर्ल्ड का,
ਤੇ ਇੰਡੀਆ ਦਾ। ਦੂਸਰਾ ਤੁਸੀਂ ਮੈਨੂੰ ਦੱਸੋਗੇ ਐਡਵੈਕ ਤੇ ਯੂਨੀਵੈਕ ਦੀ ਫੁੱਲ ਫਾਰਮ। ਠੀਕ ਹੈ ਜੀ, ਇਹ ਤੁਸੀਂ ਮੈਨੂੰ 4 ਚੀਜ਼ਾਂ ਕਮੈਂਟ ਬਾਕਸ ਦੇ ਵਿੱਚ ਦੱਸਣੀਆਂ। ਬਾਕੀ ਆਪਾਂ ਨੈਕਸਟ ਲੈਕਚਰ ਦੇ ਵਿੱਚ ਵੀ ਡਿਸਕਸ ਕਰਾਂਗੇ। ਤੇ ਨੈਕਸਟ ਲੈਕਚਰ ਦੇ ਵਿੱਚ ਆਪਾਂ ਕੰਪਿਊਟਰ ਦੀ ਆਰਗੇਨਾਈਜੇਸ਼ਨ ਬਾਰੇ ਦੇਖਾਂਗੇ, ਕੰਪਿਊਟਰ ਦੇ ਕੀ ਪਾਰਟਸ ਨੇ, ਕਿਸ ਤਰ੍ਹਾਂ ਉਹ ਵਰਕ ਕਰਦੇ ਨੇ, ਉਹ ਚੀਜ਼ਾਂ ਬਾਰੇ ਆਪਾਂ ਦੇਖਾਂਗੇ। ਤੇ ਆਪਾਂ ਨੈਕਸਟ ਇੱਦਾਂ ਹੀ ਪ੍ਰੋਸੀਡ ਕਰਦੇ ਜਾਵਾਂਗੇ। ਤਾਂ ਆਪਣਾ ਮੋਸਟ ਪ੍ਰੋਬੇਬਲੀ ਸੈਟਰਡੇ ਨੂੰ ਮੈਂ ਤੁਹਾਨੂੰ ਜਿਹੜੇ ਆਪਣੇ ਫਰਾਈਡੇ ਤੱਕ ਆਪਣੇ 2 ਲੈਕਚਰ ਹੋ ਜਾਣਗੇ, ਇੱਕ ਆ ਤੇ ਇੱਕ ਆਪਣਾ ਫਰਾਈਡੇ ਦਾ ਲੈਕਚਰ। ਤੇ ਸੈਟਰਡੇ ਨੂੰ ਜਾਂ ਸੰਡੇ ਨੂੰ ਤੁਹਾਨੂੰ ਇਹ ਚੀਜ਼ ਦਾ ਜਿਹੜਾ ਕਿ ਟੈਸਟ ਜਿੰਨੇ ਵੀ ਕੁਐਸਚਨ ਤੋਂ ਬਣ ਸਕਦੇ ਆ ਉਹਦਾ ਤੁਹਾਨੂੰ ਟੈਸਟ ਮਿਲ ਜਾਏਗਾ। ਠੀਕ ਹੈ ਜੀ, ਟੈਸਟ ਤੁਸੀਂ ਆਪਣੀ ਇਮਾਨਦਾਰੀ ਨਾਲ ਅਟੈਂਪਟ ਕਰਨਾ ਤੇ ਜਿਹੜੇ ਵੀ ਤੁਹਾਡੇ ਸਕੋਰ ਹੋਣਗੇ ਉਹ ਤੁਸੀਂ ਗਰੁੱਪ ਦੇ ਵਿੱਚ ਤੇ ਕਮੈਂਟ ਬਾਕਸ ਦੇ ਵਿੱਚ ਵੀ ਤੁਸੀਂ ਆਪਣਾ ਕੀ ਹੈ ਸ਼ੇਅਰ ਕਰੋਗੇ। ਅਸੀਂ ਕੋਸ਼ਿਸ਼ ਕਰਾਂਗੇ ਹਰ ਸੈਟਰਡੇ ਤੁਹਾਨੂੰ ਟੈਸਟ ਦਈਏ ਐਂਡ ਫੁੱਲ ਮੌਕ ਟੈਸਟ ਵੀ ਤੁਹਾਨੂੰ ਪ੍ਰੋਵਾਈਡ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ, ਚਲੋ ਆਪਾਂ ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਰੱਬ ਰੱਖਾ।